ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਅਸ਼ਟਪਦੀ ਨੌਵੀਂ ਸ਼ਲੋਕ। ਔਰ ਧਾਰੇ ਜੋ ਅੰਤਰ ਨਾਮ सर्व में पेखे भगवान, निमक निमक ठाकर नमस्कारे, नानक को अपरस सगल निस्तारे। ਦੋ ਹੀ ਪੱਖ ਹਰ ਇੱਕ ਸ਼ਲੋਕ 24 ਅਸ਼ਟਪਦੀਆਂ ਦੇ ਵਿੱਚ ਆਪਾਂ ਨੂੰ ਦੋ ਹੀ ਪੱਖ ਸਮਝਾਏ ਜਾਂਦੇ ਨੇ। ਇੱਕ ਆਪਾਂ ਅਪਰਸ ਹੋ ਜਾਂਦੇ ਹਾਂ, ਵੈਸ਼ਨੋ ਹੋ ਜਾਂਦੇ ਹਾਂ, ਭੇਖਧਾਰੀ ਹੋ ਜਾਂਦੇ ਹਾਂ। ਉਹ ਸਾਰੇ ਸਰੀਰ ਕਰਕੇ ਆਤਮਾ ਤੋਂ ਅਸੀਂ ਕੋਰੇ ਰਹਿ ਜਾਂਦੇ ਹਾਂ। ਬਾਣੀ ਸਾਨੂੰ ਆਤਮਾ ਕਰਕੇ ਆਤਮ ਗਿਆਨ ਕਰਕੇ ਸਮਝਾਉਂਦੀ ਹੈ। ਜੁਗਮੇ ਇੱਕ ਕੋ ਆਇਆ, ਇੱਕ ਹੋਣ ਜੀਵ ਆਇਆ, ਬਾਣੀ ਇੱਕ ਦਾ ਸਾਨੂੰ ਗਿਆਨ ਕਰਾਉਂਦੀ। ਪਰ ਸਾਨੂੰ ਇਹ ਭਰਮ ਪੈ ਜਾਂਦਾ ਸਰੀਰ 'ਚ ਆ ਕੇ। ਉਹ ਪਿੱਛੇ ਤੋਂ ਜੋ ਪ੍ਰਚਲਿਤ ਮੱਤਾਂ ਆਪਾਂ ਦੇਖਦੇ ਹਾਂ, ਕਰਦੇ ਹਾਂ, ਔਰ ਕਰਦੇ ਹੀ ਰਹੂਗਾ ਸੰਸਾਰ ਜਦ ਤੱਕ ਇਹ ਚੱਲਦਾ ਵਾ। ਇਹ ਜੀਵ ਦੀਆਂ ਅਵਸਥਾ ਬਾਰੇ ਸਤਿਗੁਰਾਂ ਨੇ ਸਮਝਾਇਆ। ਯੁੱਗ ਤੋਂ ਭਾਵ ਸਮਾਂ ਕਿਵੇਂ ਕਿਵੇਂ ਬਦਲਦਾ ਰਹਿੰਦਾ ਹੈ। ਜਦੋਂ ਅਸੀਂ ਗੁਰਮਤਿ ਨਾਲ ਜੁੜ ਜਾਂਦੇ ਹਾਂ, ਭਾਵ ਗੁਰਬਾਣੀ ਨਾਲ ਜੁੜ ਜਾਂਦੇ ਹਾਂ, ਇਹ ਸਾਡੀ ਲਾਸਟ ਪੌੜੀ ਹੈ। ਇਦੋਂ ਗਾਂ ਉਹ ਨਿਰੰਕਾਰ ਦਾ ਦਰਸ਼ਨ ਹੋਣਾ ਹੈ। ਕਿਹਨੂੰ? ਮਨ ਬੁੱਧੀ ਨੂੰ। ਮਨ ਜੀਤੇ ਜਗ ਜੀਤ। ਬਾਣੀ ਮਨ ਨੂੰ ਬਸ ਕਰਨ ਦੀ ਵਿਧੀ ਹੈ। ਜਦ ਤੱਕ ਅਸੀਂ ਮਨ 'ਤੇ ਵਿਜੇ ਪ੍ਰਾਪਤ ਨਹੀਂ ਕਰਦੇ, ਬੁੱਧੀ ਮਨ ਨੂੰ ਜਿੱਤ ਨਹੀਂ ਲੈਂਦੀ, ਆਪਦੇ ਘਰ ਨਹੀਂ ਜਾ ਸਕਦੀ। ਜਦ ਤੱਕ ਸਾਡਾ ਜੰਮਣ ਮਰਨ ਇਹੀ ਚੱਲਦਾ ਰਹਿੰਦਾ ਵਾ। ਇੱਥੇ ਅਪਰਸ ਸਤਿਗੁਰ ਸਮਝਾ ਰਹੇ ਨੇ। ਅੱਗੇ ਆਪਾਂ ਨੂੰ ਪਦਿਆਂ ਦੇ ਵਿੱਚ ਵਿਚਾਰ ਕੇ ਆਪਾਂ ਨੂੰ ਸਮਝਾਂਗੇ ਅਪਰਸ ਕੀ ਹੁੰਦਾ ਹੈ। ਪਰ ਇੱਥੇ ਸਤਿਗੁਰੂ ਸਮਝਾ ਰਹੇ ਨੇ, ਔਰ ਧਾਰੇ ਜੋ ਅੰਤਰ ਨਾਮ, ਜਿਹੜੇ ਹੁਕਮ ਨੂੰ ਅੰਦਰ ਵਸਾ ਲੈਂਦੇ ਨੇ, ਇਹ ਮੰਨ ਲੈਂਦੇ ਨੇ ਜੋ ਸੰਸਾਰ 'ਚ ਹੋ ਰਿਹਾ ਵਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੀ ਬੁੱਝੇ ਤਾਂ ਹਉਮੈ ਕਹੇ ਨਾ ਕੋਈ। ਜਿਹੜੇ ਬੁੱਝ ਲੈਂਦੇ ਨੇ ਹੁਕਮ ਨੂੰ, ਉਹੀ ਸਾਰਿਆਂ ਦੇ ਵਿੱਚ ਕੁਦਰਤ ਦਾ ਦਰਸ਼ਨ ਕਰਦੇ ਨੇ। ਅੱਖਾਂ ਨਾਲ ਨਹੀਂ, ਬੁੱਧੀ ਨਾਲ, ਅਕਲ ਨਾਲ। ਅਕਲ ਲੈਣੀ ਆਪਾਂ। ਅਕਲ ਗਤ ਗੁਰ ਤੇ ਜਾਣੀ। ਇਹ ਗੁਰ ਸ਼ਬਦ 'ਚ ਸਾਨੂੰ ਅਕਲ ਮਿਲਣੀ ਹੈ। ਉਹੀ ਤਾਂ ਲੈਣਾ ਹੈ ਆਪਾਂ। ਜਿੰਨੀਆਂ ਸੰਸਾਰ 'ਚ ਮੱਤਾਂ ਨੇ, ਮਾਨਵ ਸੋਚਾਂ ਨੇ, ਆਸਾ ਦੀ ਵਾਰ ਵੀ ਸਤਿਗੁਰ ਆਪਾਂ ਨੂੰ ਸਮਝਾ ਰਹੇ ਨੇ। ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਕਿਰਪਾ ਲੈਣੀ ਕਰਮ ਤੋਂ, ਭਾਵ ਆਪਾਂ ਸੱਚ ਦੀ ਪ੍ਰਾਪਤੀ ਕਰਨੀ ਆ। ਨਿਸ਼ਾਨ ਇਹ ਚਿੰਨ੍ਹ ਉਹ ਗੁਰਸਿੱਖ ਦੇ ਉਚਾਰਨ 'ਚੋਂ ਪੜ੍ਹਿਆ ਜਾਂਦਾ ਹੈ। ਜਿਵੇਂ ਗੁਰੂ ਘਰ ਦੇ ਅੱਗੇ ਨਿਸ਼ਾਨ ਸਾਹਿਬ ਹੁੰਦਾ, ਸਾਨੂੰ ਦੂਰੋਂ ਪਤਾ ਲੱਗ ਜਾਂਦਾ ਸਾਡਾ ਗੁਰੂ ਘਰ ਹੈ। ਇਵੇਂ ਉਹ ਗੁਰਸਿੱਖ ਪ੍ਰਗਟ ਹੋ ਕੇ ਜਾਂਦੇ ਨੇ। ਹਰ ਕਾ ਭਗਤ ਪ੍ਰਗਟੇ ਨਾ ਛਪੇ। ਇੱਥੇ ਵੀ ਸਤਿਗੁਰੂ ਉਹੀ ਸਮਝਾ ਰਹੇ ਨੇ। ਔਰ ਧਾਰੇ ਜੋ ਅੰਤਰ ਨਾਮ ਸਰਬ ਮੇ ਪੇਖੇ ਭਗਵਾਨ। ਜਿਹੜੇ ਹੁਕਮ ਨੂੰ ਮੰਨ ਲੈਂਦੇ ਨੇ, ਬੁੱਝ ਲੈਂਦੇ ਨੇ, ਉਹੀ ਤਾਂ ਗੁਰਸਿੱਖ ਨੇ, ਉਹੀ ਤਾਂ ਸੇਵਕ ਨੇ। ਨਿਮਕ ਨਿਮਕ ਠਾਕਰ ਨਮਸਕਾਰੇ। ਉਹਨਾਂ ਦੀ ਮਨ ਬੁੱਧੀ ਹੁਕਮ ਦੇ ਅੱਗੇ ਝੁਕੀ ਰਹਿੰਦੀ ਹੈ। ਜੋ ਸੰਸਾਰ 'ਚ ਵਰਤ ਰਿਹਾ ਵਾ, ਉਹਨੂੰ ਸੱਤ ਕਰਕੇ ਮੰਨਦੇ ਨੇ। ਨਾਨਕ ਉਹ ਅਪਰਸ, ਉਹ ਮਾਇਆ ਤੋਂ ਪਾਰ ਨਿਕਲ ਗਏ ਹੁੰਦੇ ਨੇ। ਪਿੱਛੇ ਵੀ ਆਪਾਂ ਜਿਹੜੀ ਅਸ਼ਟਪਦੀ ਵਿਚਾਰੀ 8ਵੀਂ, ਉਹਨਾਂ ਨੂੰ ਬ੍ਰਹਮ ਗਿਆਨ ਹੁੰਦਾ ਹੈ ਕਿ ਇਹਨਾਂ ਨੂੰ ਜਿਹੜੇ ਮਾਇਆ ਪਾਰ ਕਰ ਜਾਂਦੇ ਨੇ। ਮਾਇਆ ਕਿਵੇਂ ਪਾਰ ਕਰਨੀ ਹੈ ਆਪਾਂ? ਗੁਰ ਸ਼ਬਦ ਨਾਲ। ਪਾਰ ਅਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਮਾਇਆ ਤੋਂ ਪਾਰ ਹੈ, ਉਹ ਮਾਇਆ 'ਚ ਨਹੀਂ ਆਉਂਦਾ ਪ੍ਰੀਤਮ ਹਰ ਜਿਹੜਾ ਹੈਗਾ। ਗੁਰ ਸ਼ਬਦ ਦੇ ਗਿਆਨ ਨਾਲ ਅਸੀਂ ਉਹਦਾ ਦਰਸ਼ਨ ਕਰਨਾ ਹੈ। ਪਹਿਲਾ ਦਰਸ਼ਨ ਹੈ ਸਾਡਾ ਗਿਆਨ। ਉਹ ਪਹਿਲਾ ਪਦਾਰਥ ਕਹਿ ਲਈ ਆਪਾਂ ਨੂੰ। ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾਂ ਕੀ ਸੇਵਾ ਲਾਗੇ। ਸਾਧ ਜਨਾਂ ਦੀ ਬਾਣੀ ਹੈ ਭਾਈ। ਇਹਨੂੰ ਵਿਚਾਰਾਂਗੇ, ਚੋਂ ਗਿਆਨ ਪੈਦਾ ਹੋਊਗਾ। ਜਿਹੜਾ ਗਿਆਨ ਪੈਦਾ ਹੋਊ, ਪਹਿਲਾ ਪਦਾਰਥ ਹੈ ਸਾਡਾ। ਗਿਆਨ ਤੋਂ ਬਾਅਦ ਮਨ ਸੰਤੋਖ 'ਚ ਆ ਜਾਂਦਾ। ਉਹਨੂੰ ਮੁਕਤੀ ਕਿਹਾ ਬਾਣੀ ਵਿੱਚ। ਦੂਆ ਪਦਾਰਥ ਸਾਨੂੰ ਮੁਕਤ ਮਿਲ ਜਾਂਦੀ ਹੈ। ਫਿਰ ਇਹ ਦੇਵਲੋਕ ਪਹੁੰਚਦਾ, ਭਾਵ 10ਵਾਂ ਦੁਆਰੇ ਦਾ ਖੁੱਲ੍ਹ ਜਾਂਦਾ ਹੈ। ਫਿਰ ਉੱਥੇ ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਆਪਾਂ ਸ਼ਲੋਕ ਵੀ ਰੋਜ਼ ਵਿਚਾਰਦੇ ਹਾਂ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਧਿਆਨ, ਫਿਰ ਉਹ ਗਿਆਨ ਹੀ ਧਿਆਨ ਬਣ ਜਾਂਦਾ। ਉਹ ਧਿਆਨ ਦੀ ਦੁਨੀਆ ਚਲੇ ਜਾਣਾ ਆਪਾਂ। ਇਹ ਕਾਲਪਨਿਕ ਦੁਨੀਆ ਵਾ, ਮ੍ਰਿਤ ਲੋਕ ਇਹ ਆਪਾਂ ਨੂੰ ਛੱਡਣਾ ਪੈਣਾ ਵਾ। ਪਰ ਸੰਸਾਰ ਦੇ ਵਿੱਚ ਵੀ ਭਗਤ ਕਬੀਰ ਦਾ ਆਪਾਂ ਸ਼ਲੋਕ ਲੈਂਦੇ। ਉਹਨਾਂ ਨੇ ਸਮਝਾਇਆ ਵੀ ਸੰਸਾਰ ਦੇ ਵਿੱਚ ਵੀ ਅਸੀਂ ਆਪਾਂ ਸਭ ਦੇ ਆਪ ਨੂੰ ਕਹਾਉਂਦੇ ਹਾਂ, ਵੈਸ਼ਨੂੰ ਕਹਾਉਂਦੇ ਹਾਂ, ਸਤਿਗੁਰ ਕਹਾਉਂਦੇ ਹਾਂ, ਬ੍ਰਹਮ ਗਿਆਨੀ ਕਹਾਉਂਦੇ ਹਾਂ, ਸੰਤ ਕਹਾਉਂਦੇ। ਉਹ ਸਰੀਰ ਕਰਕੇ,
ਉਹ ਸਾਡੀ ਲਾਸਟ ਪੌੜੀ, ਉਦੋਂ ਗਾਂਹ ਚੱਲਣਾ ਆਪਾਂ ਹਾਲੇ। ਸਤਿਗੁਰਾਂ ਨੇ ਚਾਰੇ ਵਰਨਾਂ ਨੂੰ ਸਮਝਾਇਆ ਜਾ ਕੇ। ਉਹਨਾਂ ਦੇ ਜੀਵਨ ਬਾਰੇ ਆਪਾਂ ਨੂੰ ਗੁਰੂ ਸਾਹਿਬ ਦੇ ਪਤਾ ਹੀ ਹੈ, ਵਿਚਾਰਦੇ ਹਾਂ ਆਪਾਂ। ਉਹਨਾਂ ਨੇ ਸਾਰੀ ਸ੍ਰਿਸ਼ਟੀ ਨੂੰ ਗੁਰੂ ਉਪਦੇਸ਼ ਨਾਲ ਜੋੜਿਆ ਔਰ ਸਾਨੂੰ ਇਹ ਸੰਸਾਰ ਨੂੰ ਤਰਨ ਖਾਤਰ ਸੰਸਾਰ ਸਮੁੰਦਰ ਤਾਰ ਗੋਬਿੰਦਾ ਗਿਆਨ ਭਗਤ ਗੁਰੂ ਸਾਹਿਬਾਨਾਂ ਨੇ ਬਖਸ਼ਿਆ ਕੁਦਰਤੀ ਰਹਿਮਤ ਨਾਲ। ਹੁਣ ਆਪਾਂ ਇਹ ਰਹਿਮਤ ਲੈਣੀ ਹੈ। ਇੱਥੇ ਸਤਿਗੁਰੂ ਸਮਝਾ ਰਹੇ ਨੇ, ਨਿਮਕ ਨਿਮਕ ਠਾਕਰ ਨਮਸਕਾਰੇ, ਨਾਨਕ ਉਹ ਪਰਸ ਸਗਲ ਨਿਸਤਾਰੇ। ਉਹ ਪਰਸ ਕਿਹੋ ਜਿਹਾ ਹੁੰਦਾ ਹੈ, ਉਹਦੀ ਅਵਸਥਾ ਕੀ ਹੁੰਦੀ, ਉਹ ਆਪਾਂ ਨੂੰ ਅੱਗੇ ਸਤਿਗੁਰੂ ਸਮਝਾਉਣਗੇ। ਉਹ ਪਰਸ ਹੁੰਦਾ ਹੈ ਜੋ ਮਾਇਆ ਨੂੰ ਸਪਰਸ਼ ਨਹੀਂ ਕਰਦਾ, ਜਿਉਂਦਾ ਹੀ ਸਰੀਰ ਦੇ ਵਿੱਚੋਂ ਤਿਆਗ ਕਰਕੇ ਉਹਦੀ ਭਗਤੀ ਕਰਦਾ ਹੈ। ਸੰਸਾਰ ਨਾਲ ਉਹਦਾ ਕੋਈ ਮਾਇਆ ਦਾ ਰਿਸ਼ਤਾ ਨਹੀਂ ਹੁੰਦਾ, ਮਾਇਆ ਤੋਂ ਉੱਪਰ ਉੱਠ ਗਿਆ ਹੁੰਦਾ। ਬਾਣੀ ਉਹਨੂੰ ਅਪਰਸ ਕਹਿੰਦੀ ਹੈ। ਪਰ ਅਸੀਂ ਸਰੀਰ ਕਰਕੇ ਪੂਰਨ ਸਾਰੇ ਧਰਮ ਆਪਦੇ ਆਪ ਨੂੰ ਮੰਨਦੇ ਹਾਂ। ਉਹ ਸਾਡਾ ਭਰਮ ਹੁੰਦਾ। ਉਹ ਭਰਮ ਕਿਵੇਂ ਜਾਊਗੇ, ਤੂੰ ਗਾਂਹ ਚੱਲਾਂਗੇ ਆਪਾਂ ਤਾਂ। ਗੁਰ ਪ੍ਰਸਾਦ ਭਰਮ ਕਾ ਨਾਸ, ਜਦ ਤੱਕ ਗੁਰ ਸ਼ਬਦ 'ਚੋਂ ਗਿਆਨ ਨਹੀਂ ਹੁੰਦਾ ਸਾਨੂੰ, ਸਾਡਾ ਭਰਮ ਨਹੀਂ ਜਾਂਦਾ ਹੈ। ਉਹ ਭਰਮ ਹੀ ਸਾਡਾ ਕਾਲ ਹੈ। ਐਵੇਂ ਜੀਵ ਪੌੜੀਆਂ ਚੜ੍ਹਦਾ ਆਇਆ ਵਾ। ਇਹ ਹੁਣ ਮਨੁੱਖਾਂ ਦੇ ਹੀ ਲਾਸਟ ਪੌੜੀ ਆ, ਆਪਾਂ ਇਹ ਪ੍ਰਾਪਤੀ ਕਰਨੀ ਹੈ। ਅੱਗੇ ਆਪਾਂ ਨੂੰ ਸਤਿਗੁਰ ਸਮਝਾਉਣਗੇ ਅਪਰਸ ਬਾਰੇ। 8 ਪਦਿਆਂ ਦੇ ਵਿੱਚ ਹਰ ਇੱਕ ਪਦੇ 'ਚ ਅਲੱਗ-ਅਲੱਗ ਵਿਚਾਰ ਹੁੰਦੀ ਆ। ਪਦੇ ਦੇ ਅੰਤ 'ਤੇ ਉਹਦਾ ਲਾਸਟ ਸਾਰ ਹੁੰਦਾ ਹੈ। ਭਗਤ ਕਬੀਰ ਜੀ ਸਮਝਾਉਂਦੇ ਨੇ। ਭਗਤ ਕਬੀਰ ਜੀ ਦੇ ਆਪਾਂ ਜੀਵਨ ਬਾਰੇ ਜੇ ਪੜ੍ਹੀਏ, ਬਹੁਤ ਘਾਲਣਾ ਕੀਤੀ ਉਹਨਾਂ ਨੇ, ਕਿਰਤ ਵੀ ਕੀਤੀ, ਸਮਝਾਇਆ ਸੰਸਾਰ ਨੂੰ। ਬਾਣੀ ਬਖਸ਼ੀ ਉਹਨਾਂ ਨੇ ਵੀ ਭਗਤ ਮਾਰਗ ਹੈ। ਸਤਿਗੁਰ ਦੀਨੀ ਕਬੀਰ ਕੋ ਲੀਨੀ ਕਬੀਰ ਸੰਭਾਲ, ਕਬੀਰ ਦੀਨੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ। ਭਾਗਾਂ ਵਾਲੇ ਨੇ ਉਹ ਭਾਈ ਜਿਹੜੀ ਪ੍ਰਾਪਤ ਕਰ ਲੈਣਗੇ, ਆਪਾਂ ਵੀ ਇਹ ਪ੍ਰਾਪਤੀ ਕਰਨੀ ਹੈ। ਭਗਤ ਕਬੀਰ ਜੀ ਸਮਝਾਉਂਦੇ ਨੇ, ਜਦੋਂ ਅਸੀਂ ਮਨੁੱਖਾ ਦੇਹੀ 'ਚ ਆ ਕੇ ਆਪਦੇ ਆਪ ਨੂੰ ਪੂਰਨ ਮੰਨਦੇ ਹਾਂ, ਉਸ ਅਵਸਥਾ ਬਾਰੇ ਸਤਿਗੁਰ ਸਮਝਾ ਰਹੇ ਨੇ ਭਗਤ ਜੀ। ਗਜ ਸਾਢੇ ਤਹਿ ਤਹਿ ਧੋਤੀਆਂ, ਤਹਿਰੇ ਪਹਿਨ ਤੱਗ, ਗਲੀ ਜਿਨ੍ਹਾਂ ਜਪਮਾਲੀਆਂ, ਲੋਠੇ ਹੱਥਨ ਪੱਗ। ਭਗਤ ਜੀ ਸਮਝਾਉਂਦੇ ਨੇ, ਇਹ ਸਾਡੀ ਜਿਹੜੀ ਭੇਖ ਦੀ ਅਵਸਥਾ ਹੁੰਦੀ ਹੈ, ਇਹ ਲਾਸਟ ਮਾਨਵ ਸੋਚ ਹੈ। ਗੁਰਬਾਣੀ ਵਿੱਚ ਇਹਨੂੰ ਆਪਾਂ ਨੂੰ ਸਮਝਾਇਆ ਗਿਆ। ਦੁਰਮਤ, ਮਨਮਤ, ਗੁਰਮਤ, 3 ਮੱਤਾਂ ਬਾਰੇ ਸਮਝਾਇਆ। ਇਹ ਆਪਾਂ ਪਾਰ ਕਰਨੀ ਹੈ। ਦੁਰਮਤ ਹੈ ਜਿਹੜੀ ਸਾਨੂੰ ਦੂਰ ਰੱਖਦੀ ਹੈ ਕੁਦਰਤ ਤੋਂ। ਬਾਹਰ ਅਸੀਂ ਭਾਲਦੇ ਰਹਿੰਦੇ ਹਾਂ, ਬਾਹਰ ਮੁਖੀ ਰਹਿੰਦੇ ਹਾਂ। ਉਸ ਤੋਂ ਬਾਅਦ ਫਿਰ ਮਨਮਤ ਆ ਜਾਂਦੀ ਹੈ, ਜੋ ਅਸੀਂ ਧਰਮ ਕਰਮ ਕਰਦੇ ਹਾਂ, ਜਿਹਨੂੰ ਸਤੋ ਗੁਣ ਵੀ ਬਾਣੀ ਵਿੱਚ ਕਿਹਾ ਗਿਆ। ਉਸ ਤੋਂ ਬਾਅਦ ਫਿਰ ਗੁਰਮਤ ਆ ਜਾਂਦੀ। ਜਿਹੜੇ ਗੁਰਮਤ ਨਾਲ ਜੁੜੇ ਹੋਏ ਨੇ ਜਾਂ ਬਾਣੀ ਨਾਲ ਜੁੜੇ ਹੋਏ ਨੇ, ਉਹ ਭਾਗਾਂ ਵਾਲੇ ਨੇ ਜੀ। ਉਹ ਵਿਚਾਰਦੇ ਸੁਣਦੇ ਨੇ ਤਾਂ ਉਹਨਾਂ ਨੂੰ ਬਾਹਰਲੀ ਜਿਹੜੀ ਮਮਤਾ ਨੇ ਪਿੱਛੇ ਉਹਨਾਂ ਦੀਆਂ ਤੈਅ ਹੋ ਚੁੱਕੀਆਂ ਨੇ। ਹੁਣ ਅੱਗੇ ਅਸੀਂ ਪ੍ਰਾਪਤੀ ਕਰਨੀ ਹੈ। ਉਹਨਾਂ ਦਾ 10ਵਾਂ ਦੁਆਰ ਖੁੱਲ੍ਹਣਾ ਹੈ, ਭਾਵ ਦੇਵ ਲੋਕ ਜਾਣਾ ਉਹਨਾਂ ਨੇ। ਉੱਥੇ ਫਿਰ ਆਪਣੀ ਭਗਤੀ ਸ਼ੁਰੂ ਹੁੰਦੀ ਹੈ। ਉਹਨੂੰ ਆਪਾਂ ਸੈਂਟਰ ਕਹਿ ਲਈਏ, ਲੋਕ ਪਰਲੋਕ ਉਹਦਾ ਦਰ ਕਹਿ ਲਈਏ। ਭਗਤ ਤੇਰੇ ਮਨ ਭਾਵਦੇ, ਦਰ ਸੋਹਿਨ ਕੀਰਤਨ ਗਾਵਦੇ। ਨਾਨਕ ਕਰਮਾਂ ਬਾਹਰੇ, ਦਰ ਢੋਏ ਨਾ ਲਹਿਨੀ ਤਾਪਦੇ। ਉਹ ਦਰ 'ਤੇ ਪਹੁੰਚਣਾ ਆਪਾਂ ਉਹਨੂੰ ਬਾਣੀ ਵਿੱਚ ਦਰਗਾਹ ਕਿਹਾ ਗਿਆ। ਉੱਥੇ ਆਪਾਂ ਨੂੰ 2 ਹੀ ਪੱਖ ਦਿੰਦੇ ਨੇ। ਪਰ ਜੇ ਮਾਇਆ ਪਾਰ ਕਰਾਂਗੇ, ਸਰੀਰ ਕਰਕੇ ਤਾਂ ਅਸੀਂ ਪੂਰਨ ਸਾਰੇ ਹੀ ਮੰਨਦੇ ਹਾਂ ਆਪਦੇ ਆਪ ਨੂੰ। ਇੱਥੇ ਆਤਮਾ ਕਰਕੇ ਆਪਾਂ ਕੋਰੇ ਰਹਿ ਜਾਂਦੇ ਹਾਂ। ਇੱਥੇ ਸਤਿਗੁਰੂ ਇਹ ਸਮਝਾ ਰਹੇ ਨੇ, ਨਿਮਕ ਨਿਪਨ ਠਾਕਰ ਨਮਸਕਾਰੇ, ਨਾਨਕ ਉਹ ਪਰਸ। ਉਹ ਪਰਸ ਹੁੰਦੇ ਨੇ ਮਾਇਆ ਨੂੰ ਸਪਰਸ਼ ਨਹੀਂ ਕਰਦੇ ਹੈਗੇ। ਵਿਕਾਰਾਂ ਤੋਂ ਉਹਨਾਂ ਦਾ ਖਹਿੜਾ ਛੁੱਟਿਆ, ਕਾਲ ਤੋਂ ਮੁਕਤ ਹੁੰਦੇ ਨੇ। ਉਹ ਮੋਹ ਮਾਇਆ ਤੋਂ ਮੁਕਤ ਹੋ ਜਾਂਦੇ ਨੇ। ਉਹਨਾਂ 'ਤੇ ਕਿਰਪਾ ਰਹਿਮਤ ਹੋ ਜਾਂਦੀ ਹੈ। ਤੁਮਰੀ ਕਿਰਪਾ 'ਤੇ ਮੂੰਹ ਮਾਨ ਛੁੱਟੇ, ਛੂਟ ਜਾਏ ਪਰਮਾਈ। ਭਗਤ ਜੀ ਸਮਝਾਉਂਦੇ ਨੇ, ਉਹ ਹਰ ਕੇ ਸੰਤ ਨਾ ਆਖੀਏ, ਬਨਾਰਸ ਕੇ ਠੱਗ। ਭਾਵ ਉਸ ਅਵਸਥਾ ਦੇ ਵਿੱਚ ਮਨ ਦਾ ਜਿਹੜਾ ਆਪਦੇ ਆਪ ਨੂੰ ਮੰਨ ਲੈਣਾ ਵੱਡਾ, ਉਹ ਭਗਤ ਜੀ ਸਮਝਾ ਰਹੇ ਨੇ। ਹਰ ਕਾ ਸੰਤ ਨਹੀਂ ਹੁੰਦਾ। ਮਨ ਦੇ ਵਿੱਚ ਸ਼ੈਤਾਨੀ ਆਉਂਦੀ ਹੈ। ਮਨ ਆਪਦੇ ਆਪ 'ਚ ਵੱਡਾ ਬਣਨਾ ਚਾਹੁੰਦਾ ਹੈ। ਉਹ ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ ਕੀ ਹੋ ਰਿਹਾ ਵਾ। ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੀ ਹੈ। ਇਹ ਤੋਂ ਬਚਣਾ ਆਪਾਂ, ਸਤਿਗੁਰੂ ਸਮਝਾਉਂਦੇ ਨੇ, ਇਹਦੋਂ ਅੱਗੇ ਚੱਲਣਾ ਆਪਾਂ। ਭਗਤ ਕਬੀਰ ਜੀ ਕੀ ਸਮਝਾਉਂਦੇ, ਐਸੇ ਸੰਤ ਨਾ ਮੋਹ ਕੋ ਭਾਵੇ, ਡਾਲਾ ਸਿਉ ਪੇਡਾ ਕਟਵਾ। ਜਿਵੇਂ ਸਾਨੂੰ ਪੱਤਿਆਂ ਜਾਂ ਫੁੱਲ ਦੀ ਲੋੜ ਆ, ਅਸੀਂ ਬ੍ਰਿਛੇ ਕੱਟ ਦਈਏ, ਇਵੇਂ ਧਰਮ ਦੇ ਨਾਂ 'ਤੇ ਮਨ ਸ਼ੈਤਾਨ ਬਣ ਜਾਂਦਾ ਹੈ, ਗੁੰਮਰਾਹ ਕਰਦਾ ਵਾ,
ਆਪਦੇ ਪਿੱਛੇ ਲਾ ਲੈਂਦਾ। ਸਤਿਗੁਰਾਂ ਦੇ ਬਚਨ ਲੈ ਲੈਂਦੇ ਆਪਾਂ, ਭੇਖ ਦਿਖਾਇਓ ਜਗਤ ਮੇ ਲੋਗਨ ਕੋ ਬਸਕੀਨ, ਅੰਤ ਵਾਰ ਕਾਤੀ ਕਟਿਓ ਵਾਸ ਨਰਕ ਮੇ ਲੀਨ। ਫਿਰ ਇਹਦਾ ਜਿਹੜਾ ਸੰਸਾਰ 'ਤੇ ਆਉਣਾ ਨਿਸਫਲ ਹੋ ਜਾਂਦਾ ਹੈ। ਫਿਰ ਅਸੀਂ ਜੰਮਣ ਮਰਨ ਨੂੰ ਚਲੇ ਜਾਂਦੇ ਹਾਂ। ਨਹੀਂ, ਐਸੀ ਗਲਤੀ ਨਹੀਂ ਅਸੀਂ ਕਰਨੀ। ਉਹੀ ਭਗਤ ਜੀ ਸਮਝਾ ਰਹੇ ਨੇ, ਉਹੀ ਸਤਿਗੁਰ ਆਪਾਂ ਨੂੰ ਸਮਝਾ ਰਹੇ। ਦੋ ਹੀ ਪੱਖ ਆਪਾਂ ਸਮਝਣੇ ਨੇ। ਇਹ ਲਾਸਟ ਪੌੜੀ ਆ ਆਪਣੀ ਮਨੁੱਖਾ ਦੇ। ਇਹ ਪੌੜੀ ਤੋਂ ਚੁੱਕ ਗਏ ਆਪਾਂ, ਫਿਰ ਜੰਮਣ ਮਰਨ ਨੂੰ ਆਪਾਂ ਨੂੰ ਜਾਣਾ ਪਊਗਾ। ਜੋ ਨਾਰੇ ਪੌੜੀ 'ਤੇ ਚੁੱਕੇ ਜਨਮ ਮਰੇ ਦੁੱਖ ਪਾਇੰਦਾ, ਫਿਰ ਜੰਮਣ ਮਰਨ ਨੂੰ ਜਾਣਾ ਪੈਂਦਾ। ਬਹੁਤ ਸਜਾਏ ਪਿਆ ਦੇਸ ਲੰਮੇ, ਫਿਰ ਪਤਾ ਨਹੀਂ ਕਦ ਨੰਬਰ ਲੱਗਣਾ। ਆਓ ਸਾਰੇ ਨੂੰ ਮਿਲ ਕੇ ਵਿਚਾਰਦੇ ਰਹੀਏ। ਅੱਗੇ ਭਗਤ ਜੀ ਕੀ ਸਮਝਾਉਂਦੇ, ਰਹਾਓ ਬਾਸਨ ਮਾਨ ਚਰਾਵੇ ਉੱਪਰ, ਕਾਠੀ ਧੋਏ ਜਲਾਵੇ, ਬਸੁੱਧਾ ਖੋਦ ਕਰੇ ਦੋਏ ਚੁੱਲ੍ਹੇ, ਸਾਰੇ ਮਾਣ ਸਕਾਵੇ। ਉਹ ਕਹਿੰਦੇ ਭਾਈ ਸੰਸਾਰ ਨੂੰ ਵੱਖਰੇ ਹੁੰਦੇ ਨੇ, ਉਹ ਆਪਦੇ ਆਪ ਨੂੰ ਅਪਰਸ ਕਹਾਉਂਦੇ ਨੇ, ਵੱਖਰਾ ਖਾਣਾ ਬਣਾਉਂਦੇ ਨੇ, ਰੋਜ਼ ਵਾਸਣ ਨਵੇਂ ਚੁੱਲ੍ਹੇ, ਰੋਜ਼ ਆਪਦੀ ਰਸੋਈ ਨਵੀਂ ਤਿਆਰ ਕਰਦੇ ਨੇ। ਭਗਤ ਜੀ ਕਬੀਰ ਕਹਿੰਦੇ ਨੇ ਉਹ ਸਰੀਰ ਕਰਕੇ ਆ ਸਾਰੇ ਜਿਹੜੇ ਅਸੀਂ ਕਰਦੇ ਹਾਂ। ਅਸੀਂ ਵੀ ਗੁਰੂ ਘਰਾਂ ਜਾ ਕੇ ਸੇਵਾ ਕਰਦੇ ਹਾਂ, ਲੰਗਰ ਲਾਉਂਦੇ ਹਾਂ, ਉਹ ਸਾਡੇ ਜਿੰਨੇ ਵੀ ਕਰਮ ਧਰਮ ਨੇ ਸਰੀਰ ਕਰਕੇ ਨੇ। ਇਹ ਤੋਂ ਅੱਗੇ ਨਿਕਲਣਾ ਆਪਾਂ ਵਾ, ਉਹ ਵੀ ਕਰਨੇ ਨੇ, ਉਹ ਆਪਣੀ ਸੇਵਾ ਵਾ, ਫਰਜ਼ ਕਹਿ ਲਈਏ ਆਪਾਂ। ਅਸਲੀ ਸੇਵਾ ਕੀ ਹੈ? ਗੁਰ ਸੇਵਾ ਸ਼ਬਦ ਵਿਚਾਰ। ਸ਼ਬਦ ਵਿਚਾਰ ਤੋਂ ਜਿਹੜਾ ਸਾਨੂੰ ਗਿਆਨ ਪੈਦਾ ਹੋਣਾ, ਉਹ ਤੋਂ ਸਾਨੂੰ ਪਤਾ ਲੱਗਣਾ ਸੇਵਾ ਕੀ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆਂ ਫਲ ਪਾਵਣਾ, ਵਿੱਚੋਂ ਹਉਮੈ ਜਾਏ। ਜਿਹੜੀ ਸੇਵਾ 'ਚ ਹਉਮੈ ਪੈਦਾ ਹੋਵੇ, ਸਤਿਗੁਰ ਸਮਝਾਉਂਦੇ ਨੇ ਉਹ ਨਹੀਂ ਕਰਨੀ ਭਾਈ। ਹਉਮੈ ਚਲੀ ਜਾਵੇ ਸਾਡੀ, ਐਸੀ ਸੇਵਾ ਇੱਕ ਬਾਣੀ ਹੈ। ਇਹਨੂੰ ਵਿਚਾਰੇ 'ਚ ਸਾਨੂੰ ਗਿਆਨ ਪੈਦਾ ਹੁੰਦਾ ਵਾ, ਇਹਦੇ ਨਾਲ ਜੁੜੇ ਰਹਾਂਗੇ, ਕਾਲ ਤੋਂ ਬਚੇ ਰਹਾਂਗੇ। ਉੱਥੇ ਅਪਰਸ ਬਾਰੇ ਆਪਾਂ ਨੂੰ ਭਗਤ ਜੀ ਨੇ ਸਮਝਾਇਆ, ਸਰੀਰ ਕਰਕੇ ਹੋ ਜਾਂਦੇ ਨੇ, ਇੱਥੇ ਆਪਾਂ ਆਤਮਾ ਕਰਕੇ ਹੋਣਾ। ਅੱਗੇ ਭਗਤ ਜੀ ਸਮਝਾਉਂਦੇ ਨੇ, ਉਹ ਪਾਪੀ ਸਦਾ ਫਿਰੇ ਅਪਰਾਧੀ, ਮੁੱਖੋਂ ਅਪਰਸ ਕਹਾਵੇ। ਉਹ ਆਪਦੇ ਆਪ ਨੂੰ ਜਿਹੜੇ ਅਪਰਸ ਕਹਾਉਂਦੇ ਨੇ, ਪਿੱਛੇ ਤੋਂ ਪ੍ਰਚਲਿਤ ਮੱਤਾਂ ਚੱਲਦੀਆਂ ਆਈਆਂ ਨੇ, ਇਵੇਂ ਸਾਡੇ ਮਨ ਦਾ ਸੁਭਾਅ ਆ। ਅਸੀਂ ਆਪਦੇ ਆਪ ਨੂੰ ਭੇਖ ਨਾਲ ਪੂਰਨ ਮੰਨ ਲੈਂਦੇ ਹਾਂ, ਸੰਸਾਰ ਸਾਨੂੰ ਮੰਨਣ ਲੱਗ ਜਾਂਦਾ ਹੈ, ਉਹ ਸਾਨੂੰ ਭਰਮ ਪੈ ਜਾਂਦਾ। ਉਹੀ ਤਾਂ ਕਾਲ ਹੈ, ਉਹ ਤੋਂ ਤਾਂ ਬਚਣਾ ਆਪਾਂ। ਅਪਰਸ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਅੱਗੇ ਸਮਝਾਉਣਗੇ ਸਾਰੀ ਅਸ਼ਟਪਦੀ ਇਹਦੇ ਬਾਰੇ ਹੈ। ਥੋੜ੍ਹਾ ਜਿਹਾ ਆਪਾਂ ਭਗਤ ਕਬੀਰ ਦਾ ਸਲੋਕ ਤਾਂ ਲਿਆ, ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ। ਆਸਾ ਦੀ ਵਾਰ ਵੀ ਆਪਾਂ ਰੋਜ਼ ਪੜ੍ਹਦੇ ਹਾਂ, ਪੜ੍ਹਿਆ ਹੋਵੇ ਗੁਨੇਗਾਰ ਤਾਂ ਉਮੀ ਸਾਧ ਨਾ ਮਾਰੀ। ਸਤਿਗੁਰ ਸਮਝਾਉਂਦੇ ਨੇ, ਜਦ ਤੱਕ ਸਾਨੂੰ ਸਹੀ ਦਿਸ਼ਾ ਸਹੀ ਰਸਤਾ ਨਹੀਂ ਪਤਾ ਚੱਲਦਾ, ਅਸੀਂ ਦੂਏ ਨੂੰ ਸਮਝਾਉਣਾ ਨਹੀਂ। ਬਾਣੀ ਸਾਨੂੰ ਵਰਜਦੀ ਹੈ, ਚੇਤਾਵਨੀ ਦਿੰਦੀ ਹੈ ਵੀ ਇਹਦੀ ਸਜ਼ਾ ਮਿਲੂਗੀ ਤੈਨੂੰ ਭਾਈ। ਇਹ ਕੰਮ ਨਹੀਂ ਕਰਨਾ ਆਪਾਂ। ਆਪ ਜਪੇ ਅਵਰੇ ਨਾਮ 'ਚ ਪਾਵੇ। ਪਹਿਲਾਂ ਤਾਂ ਆਪ ਸਮਝਣਾ ਵਾ, ਫਿਰ ਦੂਏ ਨੂੰ ਸਮਝਾਉਣਾ। ਪਹਿਲਾਂ ਤਾਂ ਆਪਦੇ ਘਰ ਪਹੁੰਚਣਾ ਵਾ, ਫਿਰ ਪਹੁੰਚ ਕੇ ਦੂਏ ਨੂੰ ਸਮਝਾਉਣਾ ਵਾ। ਆਪਾਂ ਸਲੋਕ ਵੀ ਰੋਜ਼ ਪੜ੍ਹਦੇ ਹਾਂ, ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਐਸੇ ਗੁਰਸਿੱਖਾਂ ਨਾਲ ਕਿੰਨੇ ਹੋਰ ਨਿਕਲ ਜਾਂਦੇ ਨੇ, ਪਹਿਲਾਂ ਤੋਂ ਆਪ ਨਿਕਲਦੇ ਨੇ। ਉਹੀ ਭਗਤ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਦੋ ਹੀ ਪੱਖ ਸਮਝਾਏ ਨੇ। ਕਿਤੇ ਵੀ ਆਪਾਂ ਸਲੋਕ ਵਿਚਾਰ ਲਈਏ, ਸ਼ਬਦ ਵਿਚਾਰ ਲਈਏ, ਪੌੜੀ ਵਿਚਾਰੀਏ, ਦੋ ਹੀ ਪੱਖ ਹੁੰਦੇ ਆ ਉਹਦੇ ਵਿੱਚ। ਮਾਇਆ ਤੋਂ ਵੱਖਰਾ ਕਰਕੇ ਸਮਝਾਇਆ ਗਿਆ ਨਿਰਾਕਾਰ ਦਾ ਗਿਆਨ, ਉਹੀ ਤਾਂ ਆਪਾਂ ਪ੍ਰਾਪਤ ਕਰਨਾ ਵਾ। ਉਹ ਪਾਪੀ ਸਦਾ ਫਿਰੇ ਅਪਰਾਧੀ, ਮੁੱਖੋਂ ਪਰਸ ਕਹਾਵੇ, ਸਦਾ ਸਦਾ ਫਿਰੇ ਅਭਿਮਾਨੀ, ਸਗਲ ਕੁਟੰਬ ਡੁਆਵੇ। ਜੋ ਵੀ ਉਹਨਾਂ ਨਾਲ ਜੁੜਦੇ ਨੇ, ਆਪਾਂ ਸਤਿਗੁਰਾਂ ਦੇ ਬਚਨ ਕੱਲ੍ਹ ਵੀ ਵਿਚਾਰੇ ਨੇ, ਗੁਰ ਕੀ ਮਤ ਤੂੰ ਲਿਹੋ ਆਣੇ, ਭਗਤੀ ਬਿਨਾ ਬੈ ਡੁੱਬੇ ਸਨ। ਜਿਨ੍ਹਾਂ ਨੇ ਗੁਰ ਕੀ ਮਤ ਛੱਡਤੀ, ਭਗਤੀ ਛੱਡਤੀ, ਉਹ ਡੁੱਬ ਗਏ। ਉਹੀ ਭਗਤ ਜੀ ਸਮਝਾ ਰਹੇ ਨੇ। ਆਪ ਵੀ ਡੁੱਬ ਜਾਂਦੇ ਨੇ, ਦੂਆਂ ਨੂੰ ਵੀ ਡੁਬੋ ਦਿੰਦੇ ਨੇ। ਪਰ ਆਪਾਂ ਗੁਰੂ ਦਾ ਪੱਲਾ ਫੜਨਾ ਹੈ। ਬਾਂਹ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ। ਜਿਹਨੇ ਗੁਰੂ ਦਾ ਪੱਲਾ ਫੜਿਆ, ਜੇ ਗੁਰੂ ਦੇ ਭਾਣੇ 'ਤੇ ਚੱਲਿਆ, ਉਹੀ ਪਾਰ ਨਿਕਲਿਆ ਇੱਥੋਂ। ਅੱਗੇ ਭਗਤ ਜੀ ਕੀ ਸਮਝਾਉਂਦੇ ਆ, ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਵੇ, ਕਹੋ ਕਬੀਰ ਜੇ ਸਤਿਗੁਰ ਭੇਟੇ, ਪੁਨਰਪ ਜਨਮ ਨਾ ਆਵੇ। ਇਹ ਜਨਮ ਪੁੰਨ ਫਲ ਪਾਇਆ ਆਪਾਂ, ਉਹਦੀ ਕਿਰਪਾ ਰਹਿਮਤ ਹੋਈ ਹੈ। ਜੈ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੀਏ। ਭਗਤੀ ਕਰਨੀ ਆਪਾਂ, ਉਹਦੇ ਗੁਣ ਗਾਉਣੇ ਆ, ਕਰਤੇ ਪੁਰਖ ਦੇ। ਬਾਣੀ ਕਰਤੇ ਪੁਰਖ ਦੇ ਗੁਣ ਗਾਉਂਦੀ ਹੈ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਇਹ ਕਰਤੇ ਕੀਆਂ ਬਾਤਾਂ ਨੇ ਕਿਹਨਾਂ ਨੇ ਸਮਝਾਈ? ਗੁਰੂ ਭਗਤ ਸਾਹਿਬਾਨਾਂ ਨੇ ਆਪਾਂ ਨੂੰ। ਆਪਾਂ ਇਹ ਮਾਰਗ 'ਤੇ ਚੱਲਣਾ, ਐਂ ਚੱਲਣਾ ਨਦੀਆਂ ਪਵੇ ਸਮੁੰਦ ਨਾ ਜਾਣੀ। ਜਿਵੇਂ ਨਦੀਆਂ ਨਾਲੇ ਨਹੀਂ ਜਾਣਦੇ ਸਮੁੰਦਰ ਨੂੰ, ਸਮੁੰਦਰ ਦਾ ਰੂਪ ਹੋ ਜਾਂਦੇ, ਇਵੇਂ ਗੁਰਸਿੱਖ ਗੁਰੂ ਦੇ ਚੱਲ ਕੇ ਗੁਰੂ ਦਾ ਰੂਪ ਹੋ ਜਾਂਦੇ ਨੇ। ਉਹੀ ਭਗਤ ਜੀ ਸਮਝਾਉਂਦੇ ਨੇ, ਜਿਹਨੂੰ ਸਤਿਗੁਰ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹਨਾਂ ਦਾ ਆਉਣਾ ਜਾਣਾ ਖਤਮ ਹੋ ਜਾਂਦਾ। ਇਹ ਆਪਾਂ ਸਲੋਕ ਤਾਂ ਨਾਲ ਲਿਆ, ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਏ। ਉਹ ਸਰੀਰ ਕਰਕੇ ਆਪਾਂ ਨੂੰ ਭਰਮ ਪਿਆ ਵਾ, ਆਪਾਂ ਮੰਨੀ ਬੈਠੇ ਹਾਂ, ਉਹ 'ਚੋਂ ਆਪਾਂ ਬਾਹਰ ਆਈਏ, ਗੁਰਸ਼ਬਦ ਦੇ ਗਿਆਨ ਨਾਲ ਆਪਾਂ ਹੀ ਪ੍ਰਾਪਤੀ ਕਰੀਏ। ਹੁਣ ਆਪਾਂ ਇਹ ਪਹਿਲਾ ਪਦਾ ਵਿਚਾਰਦੇ ਹਾਂ, ਕੀ ਸਮਝਾਉਂਦੇ ਆ ਸਤਿਗੁਰ। ਮਿਥਿਆ ਨਾਹੀ ਰਸਨਾ ਪਰਸ,
ਮਨ ਮੇਂ ਪ੍ਰੀਤ ਨਿਰੰਜਨ ਦਰਸ। ਸਤਿਗੁਰੂ ਸਮਝਾਉਂਦੇ ਨੇ, ਪਿੱਛੇ ਆਪਾਂ ਪੜ੍ਹਿਆ ਸੀ ਮਿਥਿਆ ਟਾਈਮ ਬੌਂਡ, ਸਾਰਾ ਮਿਥਿਆ ਹੈ ਸੰਸਾਰ, ਜੋ ਉਪਜਿਆ ਸੋ ਬਿਨਸੈ, ਜੋ ਦਿਖ ਰਿਹਾ। ਭਗਤ ਰਵਿਦਾਸ ਜੀ ਵੀ ਸਮਝਾਉਂਦੇ ਨੇ, ਜੋ ਦਿਸੇ ਸੋ ਬਿਨਸ ਬਨਾਸੇ। ਇੱਥੇ ਕੀ ਸਮਝਾ ਰਹੇ ਨੇ? ਇੱਥੇ ਮਿਥਿਆ ਨਹੀਂ ਰਹਿੰਦਾ। ਉਹ ਗੁਰਸਿੱਖ ਉਹ ਆਤਮਾ ਜਿਹੜੀਆਂ ਇਹ ਭਗਤੀ ਕਰਦੀਆਂ ਨੇ, ਜਿਨ੍ਹਾਂ ਦੀ ਰਚਨਾ ਬੁੱਧੀ ਪਰਸ ਲੈਂਦੀ ਹੈ, ਆਪਦੇ ਮੂਲ ਹਰ ਦਾ ਦਰਸ਼ਨ ਕਰ ਲੈਂਦੀ ਹੈ, ਉਹ ਰਚਨਾ ਜਿਹੜੀ ਬੁੱਧੀ ਹੈ ਹੁਣ ਉਹ ਮਿਥਿਆ ਨਹੀਂ ਹੈਗੀ। ਟਾਈਮ ਮਾਇਆ ਤੋਂ ਪਰੇ ਚਲੀ ਗਈ ਆ, ਉਹੀ ਤਾਂ ਪਰਸ ਹੈ ਫਿਰ। ਪਰ ਅਸੀਂ ਸਰੀਰ ਕਰਕੇ ਬਣ ਗਏ ਸੀ ਜਿਹੜੇ, ਉਹ ਸਾਡਾ ਭਰਮ ਸੀ। ਉਹ ਕਿਵੇਂ ਗਿਆ ਭਰਮ? ਭਗਤ ਕਬੀਰ ਜੀ ਸਮਝਾਉਂਦੇ ਨੇ, ਗਿਆਨ ਪਿਆ ਤਾਂ ਕਰਮੇ ਨਾਸ਼। ਜਦ ਤੱਕ ਸਾਨੂੰ ਗਿਆਨ ਨਹੀਂ ਹੁੰਦਾ, ਸਾਡਾ ਕਰਮ ਨਾਸ਼ ਨਹੀਂ ਹੁੰਦਾ ਹੈਗਾ। ਗਿਆਨ ਤੋਂ ਬਿਨਾਂ ਸਾਨੂੰ ਇਹ ਖੇਲ ਸਮਝ ਨਹੀਂ ਆਉਂਦੀ। ਗੁਰ ਬਿਨ ਸਮਝ ਨਾ ਆਵੇ, ਗਿਆਨ ਤੋਂ ਬਿਨਾਂ ਸਾਨੂੰ ਸਮਝ ਨਹੀਂ ਆਉਂਦੀ। ਭੁੱਲਿਆਂ ਗੁਰ ਦੇ ਸਮਝਾਏ, ਸਾਨੂੰ ਫਿਰ ਸਤਿਗੁਰਾਂ ਨੇ ਸਮਝਾ ਦੇਣਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਮਨ ਮੇਂ ਪ੍ਰੀਤ ਨਿਰੰਜਨ ਦਰਸ। ਮਿਥਿਆ ਕਿਵੇਂ ਰਹਿ ਗਿਆ ਭਾਈ? ਉਹ ਗੁਰਸਿੱਖਾਂ ਦੇ, ਉਹ ਸੰਗਤ ਦੇ ਜਿਹੜੇ ਸ਼ਬਦ ਦੀ ਕਮਾਈ ਕਰਦੇ ਨੇ, ਭਾਣੇ 'ਚ ਰਹਿੰਦੇ ਨੇ, ਉਹਨਾਂ ਦੇ ਅੰਦਰ ਤਾਂ ਦਰਸ਼ਨ ਜਿਹੜੀ ਪ੍ਰੀਤੀ ਹੈ ਨਿਰੰਜਨ ਦੀ। ਸਤਿਗੁਰ ਸਮਝਾਉਂਦੇ ਨੇ, ਮਿਥਿਆ ਨਾਹੀ ਰਸਨਾ ਪਰਸ, ਮਨ ਮੇਂ ਪ੍ਰੀਤ ਨਿਰੰਜਨ ਦਰਸ। ਉਹ ਮਿਥਿਆ ਨਹੀਂ, ਉਹ ਮਾਇਆ ਪਾਰ ਕਰ ਗਏ, ਆਪਦੇ ਘਰ ਪਹੁੰਚ ਗਏ, ਉਹੀ ਅਪਰਸਤ ਨੇ। ਕਿ ਸਤਿਗੁਰ ਕੀ ਸਮਝਾਉਂਦੇ ਆ? ਪਰ ਤ੍ਰੀਏ ਰੂਪ ਨਾ ਪੇਖੇ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਗੁਰ ਸ਼ਬਦ ਦੇ ਨਾਲ ਉਹਨਾਂ ਨੇ ਆਪਦੇ ਆਪ ਨੂੰ ਸਾਧ ਲਿਆ ਹੁੰਦਾ, ਬੁੱਧੀ ਨੇ ਮਨ ਨੂੰ ਜਿੱਤ ਲਿਆ ਹੁੰਦਾ ਵਾ, ਉਹਦੀ ਭਗਤੀ ਸ਼ੁਰੂ ਹੋਏਗੀ। ਭਗਤੀ ਕੀ ਹੈ? ਕੁਦਰਤ ਦੇ ਗੁਣ ਗਾਉਣੇ। ਬਾਣੀ ਗੁਣਾਂ ਦਾ ਸਾਨੂੰ ਗਿਆਨ ਕਰਾਉਂਦੀ ਹੈ। ਗੁਣ ਗਾਵਤ ਤੇਰੀ ਉਤਰ ਸਮੈਲ। ਜਿਵੇਂ ਜਿਵੇਂ ਅਸੀਂ ਗੁਣਾਂ ਨੂੰ ਵਿਚਾਰੀ ਜਾਂਦੇ ਹਾਂ, ਸਾਡਾ ਹੰਕਾਰ ਚਲਿਆ ਜਾਂਦਾ ਵਾ। ਸਮਝ ਆਉਂਦੀ ਵੀ ਇਸ ਐਡੀ ਸ਼ਕਤੀ ਦਾ ਵਿਰੋਧ ਕਰ ਰਹੇ ਸੀ, ਜਿਹਦੇ ਹੁਕਮ ਨਾਲ ਸਾਡੀ ਮੌਤ ਸੀਗੀ। ਉਹ ਸਤਿਗੁਰ ਸਮਝਾਉਂਦੇ ਨੇ, ਪਰ ਤ੍ਰੀਏ ਰੂਪ ਨਾ ਪੇਖੇ ਨੇਤਰ। ਜੇ ਤ੍ਰੀ ਆਪਾਂ ਸ਼ਬਦ ਲਈਏ ਤਾਂ ਔਰਤ ਦੇ ਖਾਤਰ ਵਰਤਿਆ ਸੰਸਾਰੀ, ਪਰ ਇੱਥੇ ਬੁੱਧੀ ਖਾਤਰ ਵਰਤਿਆ ਵਾ। ਜਿਹੜੀ ਸਾਡੀ ਬੁੱਧੀ ਹੈ, ਮਨ ਬੁੱਧੀ ਹੈ, ਫਿਰ ਗੁਰ ਸ਼ਬਦ ਦੇ ਗਿਆਨ ਨਾਲ ਆਪਦੇ ਮੂਲ ਹਰ ਨਾਲ ਜੁੜ ਜਾਂਦੇ ਨੇ। ਫਿਰ ਸਾਧ ਕੀ ਟਹਿਲ ਸੰਤ ਸੰਗ ਹੇਤ। ਬਾਹਰ ਝਾਕਦੇ ਹੀ ਨਹੀਂ ਹੈਗੇ, ਉਹਦੇ ਨਾਲ ਪ੍ਰੇਮ ਬਣਿਆ ਰਹਿੰਦਾ। ਸੰਤ ਆਪਦੇ ਮੂਲ ਨਾਲ ਜੁੜੇ ਰਹਿੰਦੇ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਕਰਨ ਨਾ ਸੁਨੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ। ਕਰਨ ਅੰਦਰਲੇ ਭਾਵ ਧਿਆਨ ਵਾਲੇ ਸੁਣਦੇ ਹੀ ਨਹੀਂ ਮਨ ਬੁੱਧੀ, ਬਾਹਰ ਸਾਨੂੰ ਪਤਾ ਹੀ ਨਹੀਂ ਲੱਗਦਾ। ਜਿਵੇਂ ਆਪਾਂ ਸੰਸਾਰੀ ਭਾਵ ਵੀ ਲਈਏ, ਆਪਾਂ ਕਹਿੰਦੇ ਵੀ ਤੇਰਾ ਧਿਆਨ ਕਿੱਥੇ ਭਾਈ, ਤੂੰ ਸੁਣਦਾ ਹੀ ਨਹੀਂ। ਧਿਆਨ ਜਿੱਥੇ ਅਸੀਂ ਪ੍ਰੇਮ ਕਰਦੇ ਹਾਂ ਉੱਥੇ ਜੁੜਿਆ ਹੁੰਦਾ ਵਾ। ਇੱਥੇ ਜਿਹੜੇ ਮਾਇਆ ਪਾਰ ਕਰ ਗਏ ਹੁੰਦੇ, ਆਪਦੇ ਮੂਲ ਨਾਲ ਪ੍ਰੇਮ ਹੁੰਦਾ ਉਹਨਾਂ ਦਾ, ਉਹ ਹਰ ਦੇ ਗੁਣ ਗਾਉਂਦੇ ਨੇ, ਉਹ ਸੁਣਦੇ ਹੀ ਨਹੀਂ। ਸਭ ਤੇ ਜਾਣੇ ਆਪਸ ਕੋ ਮੰਦਾ, ਪਰ ਆਪਦੇ ਆਪ ਨੂੰ ਨੀਵਾਂ ਸਮਝਦੇ ਨੇ। ਉਹ ਸਮਝ ਲੈਂਦੇ ਨੇ ਸਾਰੀ ਖੇਡ ਤਾਂ ਕੁਦਰਤ ਨਾਲ ਚੱਲ ਰਹੀ ਹੈ, ਉਹਦੇ ਹੁਕਮ 'ਚ ਚੱਲ ਰਹੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਗੁਰ ਪ੍ਰਸਾਦ ਵਿਖਿਆ ਪਰ ਹਰੇ, ਮਨ ਕੀ ਵਾਸਨਾ ਮਨ ਤੇ ਟਰੇ। ਉਹਨਾਂ ਦੇ ਅੰਦਰ ਵੀ ਇੱਛਾ ਉੱਠਦੀ ਸੀਗੀ, ਵਾਸਨਾ ਤੋਂ ਭਾਵ ਇੱਛਾ, ਪਰ ਉਹ ਟਰ ਜਾਂਦੀ ਹੈ। ਕਿਵੇਂ ਟਰ ਜਾਂਦੀ ਹੈ? ਉਹਨਾਂ ਦਾ ਗੁਰਪ੍ਰਸਾਦ ਹੁੰਦਾ ਹੈ, ਗੁਰੂ ਦੀ ਕਿਰਪਾ ਹੁੰਦੀ ਹੈ। ਆਪਾਂ ਕੱਲ੍ਹ ਵੀ ਵਿਚਾਰ ਕੀਤੀ ਸੀ, ਉਹਨਾਂ ਦਾ ਅੰਮ੍ਰਿਤ ਵੇਲਾ ਹੋ ਗਿਆ ਹੁੰਦਾ, ਉਹਨਾਂ ਦੀ ਆਤਮਾ ਜਾਗ ਗਈ ਹੁੰਦੀ ਹੈ। ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਉਹ ਅੰਮ੍ਰਿਤ ਬਾਣੀ ਬੋਲਦੇ ਨੇ। ਵਿਖਿਆ ਨੇੜੇ ਹੀ ਨਹੀਂ ਆਉਂਦੀ, ਪਰੇ ਰਹਿੰਦੀ ਹੈ, ਮਾਇਆ ਤੋਂ ਪਰੇ ਰਹਿੰਦੇ ਨੇ ਉਹ। ਮਨ ਕੀ ਵਾਸਨਾ ਮਨ ਤੇ ਟਰੇ, ਬਚ ਕੇ ਰਹਿੰਦੇ ਨੇ ਉਹ। ਗੁਰੂ ਕਿਰਪਾ ਕਰਦਾ ਉਹਨਾਂ 'ਤੇ, ਉਹਨੂੰ ਹੱਥ ਦੇ ਕੇ ਰੱਖਦਾ, ਹਾਥ ਦੇ ਰਾਖੇ ਆਪਣੇ ਕੋ, ਸਾਂਸ ਸਾਂਸ ਪ੍ਰਿਤ ਪਾਲੇ। ਅਨੇਕਾਂ ਉਪਦੇਸ਼ ਦੇ ਕੇ ਆਪਾਂ ਨੂੰ ਬਾਣੀ ਸਮਝਾਉਂਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਇੰਦਰੀ ਜਿੱਤ ਪੰਜ ਦੋਖ ਤੇ ਰਹਿਤ, ਨਾਨਕ ਕੋਟ ਮਧੇ ਕੋ ਐਸਾ ਪਰਸ। ਸਤਿਗੁਰ ਸਮਝਾਉਂਦੇ ਤਾਂ ਕਰੋੜਾਂ 'ਚੋਂ ਆਪਾਂ ਇੱਕ ਐਸਾ ਹੁੰਦਾ ਜਿਹੜਾ ਸਪਰਸ਼ ਨਹੀਂ ਕਰਦਾ ਮਾਇਆ ਨੂੰ। ਪਰ ਅਸੀਂ ਤਾਂ ਸੰਸਾਰੀ ਜੀਵ ਹਾਂ, ਸਰੀਰ ਕਰਕੇ ਆਪਦੇ ਆਪ ਨੂੰ ਅਪਰਸ ਮੰਨ ਲੈਂਦੇ ਹਾਂ। ਜਿੰਨੀਆਂ ਮੱਤਾਂ ਨੇ ਪਿੱਛੇ ਆਪਾਂ ਦੇਖਦੇ ਆਏ ਹਾਂ, ਕਰਦੇ ਆਏ ਹਾਂ, ਉਹ ਕਰਦੇ ਰਹਾਂਗੇ ਜਦ ਤੱਕ ਸੰਸਾਰ ਚੱਲਦਾ ਵਾ। ਉਹ ਮਾਨਵ ਵਿਧੀਆਂ ਨੇ, ਸਰੀਰ ਕਰਕੇ ਕਰਮ ਧਰਮ ਨੇ ਜਿੰਨੇ ਵੀ ਨੇ। ਘਰ ਬਾਰ ਛੱਡ ਕੇ ਚਲੇ ਜਾਣਾ, ਕੁਦਰਤ ਨੂੰ ਲੱਭਣ ਚਲੇ ਜਾਣਾ, ਰੱਬ ਨੂੰ ਲੱਭਣ ਉਹ ਸਾਡੀ ਮਾਨਵ ਸੋਚ ਹੈ। ਜਿਹੜੀ ਚੀਜ਼ ਖੋਈਏ ਨਹੀਂ, ਸਾਨੂੰ ਕਿਵੇਂ ਲੱਭੂਗੀ? ਖੋਏ ਤਾਂ ਅਸੀਂ ਹਾਂ ਸੰਸਾਰ ਦੇ ਵਿੱਚ ਆ ਕੇ, ਲੱਭਣਾ ਤਾਂ ਅਸੀਂ ਆਪਦੇ ਆਪ ਨੂੰ ਸੀਗਾ। ਕੁਦਰਤ ਨੂੰ ਲੱਭਣ ਚਲੇ ਗਏ, ਉੱਥੋਂ ਭੁਲੇਖਾ ਖਾ ਕੇ ਕਿ ਸਾਨੂੰ ਗਿਆਨ ਨਹੀਂ ਹੋਇਆ। ਕਿਉਂਕਿ ਜਿਹੜੇ ਧਰਮ ਕਰਮ ਅਸੀਂ ਕੀਤੇ ਉਹ 'ਚ ਗਿਆਨ ਤਾਂ ਹੁੰਦਾ ਨਹੀਂ, ਹੰਕਾਰ ਜ਼ਰੂਰ ਪੈਦਾ ਹੁੰਦਾ। ਸਤਿਗੁਰਾਂ ਦੇ ਵਚਨ ਲੈ ਲੈਂਦੇ ਆਪਾਂ, ਤੀਰਥ ਵਰਤ ਔਰ ਦਾਨ ਕਰ ਮਨ ਮੇਂ ਧਰੇ ਗੁਮਾਨ, ਸਭ ਨੇਫਲ ਜਾਤ ਹੈ ਜੋ ਕੁੰਚਰ ਸਨਾਨ। ਹਾਥੀ ਦੇ ਨਹਾਉਣ ਵਾਲਾ ਕੰਮ ਉਹੀ ਪਾਈ, ਫਿਰ ਮਿੱਟੀ 'ਚ ਲਿਬੜਨਾ, ਖੇਕ ਉਡਾਉਣੀ ਸਾਡੇ ਮਨ ਦਾ ਸੁਭਾਅ ਆ। ਜਤੀ ਸਦਾਵੇ ਜੁਗਤ ਨਾ ਜਾਣੇ, ਛੱਡ ਵਹੇ ਘਰ ਬਾਰ। ਘਰ ਬਾਰ ਛੱਡ ਕੇ ਚਲੇ ਗਏ ਅਸੀਂ, ਸਾਨੂੰ ਗਿਆਨ ਨਹੀਂ ਸੀਗਾ। ਪਿੱਛੇ ਵੀ ਆਪਾਂ ਭਗਤ ਕਬੀਰ ਦਾ ਸਲੋਕ ਵਿਚਾਰਿਆ, ਪੁੱਤਰ ਕਲੱਤਰ ਲక్ష్ਮੀ ਮਾਇਆ, ਇਹ ਤਜੋ ਜੀ ਜਾਣੇ ਰਹੇ।
ਕਹੋ ਕਬੀਰ ਸੁਣੋ ਰੇ ਸੰਤੋ ਮਿਲੇ ਸਾਰੰਗ ਪਾਣੀ। ਸੰਸਾਰੀ ਸੰਤਾਂ ਨੂੰ ਸਮਝਾ ਰਹੇ ਨੇ ਭਗਤ ਕਬੀਰ ਜੀ, ਇਹ ਸਾਰੰਗ ਵਾਲਾ ਪਾਣੀ ਜਿਹੜਾ ਨਾਮ ਜਲ ਰੂਪ ਵਿਵੇਹੇ ਵਾਲਾ ਕਿਵੇਂ ਮਿਲੂਗਾ ਆਪਾਂ ਨੂੰ। ਜਿੰਨੇ ਵੀ ਆਪਾਂ ਨੂੰ ਪਰਿਵਾਰਕ ਰਿਸ਼ਤੇ ਦਿੱਤੇ ਆ ਕੁਦਰਤ ਨੇ, ਸਭ ਉਹਦੀ ਰਹਿਮਤ ਹੈ। ਇਹ ਕਿਵੇਂ ਛੱਡਣੇ, ਘਰ ਬਾਰ ਨਹੀਂ ਛੱਡ ਕੇ ਜਾਣਾ, ਇਹਨੂੰ ਤਜਣਾ ਕਿਵੇਂ ਆ। ਗਿਆਨ ਨਾਲ ਉਹਦੀ ਕਿਰਪਾ ਲੈਣੀ ਹੈ। ਤੁਮਰੀ ਕਿਰਪਾ ਤੇ ਮੋਹ ਮਾਨ ਛੁੱਟੇ ਛੁੱਟ ਜਾਏ ਪਰਮਾਈ। ਆਪਣੀ ਮੱਤ ਨਾਲ ਤਾਂ ਆਪਾਂ ਛੱਡ ਨਹੀਂ ਸਕਦੇ, ਆਪਣੀ ਮੱਤ ਨਾਲ ਤਾਂ ਅਸੀਂ ਉਲਝ ਸਕਦੇ ਹਾਂ। ਮੇਰਿਓ ਸਭੇ ਕਹਿਤ ਹੈ ਹਿਤ ਸੋ ਬਾਂਧਿਓ ਚੀਤ। ਆਪ ਤਾਂ ਅਸੀਂ ਬੰਨ੍ਹ ਸਕਦੇ ਹਾਂ, ਛੁੱਟ ਨਹੀਂ ਸਕਦੇ। ਹੁਣ ਗੁਰ ਕੀ ਕਾਰ ਕਮਾਉਣੀ ਹੈ, ਫਿਰ ਛੁੱਟਾਂਗੇ ਆਪਾਂ। ਗੁਰੂ ਦੇ ਭਾਣੇ 'ਚ ਆਉਣਾ ਵਾ, ਗੁਰੂ ਦਾ ਗਿਆਨ ਲੈਣਾ ਵਾ, ਫਿਰ ਅਸੀਂ ਆਪਣੇ ਘਰ ਪਹੁੰਚਣਾ ਵਾ। ਉਹੀ ਸਤਿਗੁਰ ਸਮਝਾਉਂਦੇ ਨੇ, ਇੰਦਰੀ ਜਿੱਤ ਪੰਜ ਦੋਖ ਤੇ ਰਹਿ। ਜਿਹਨੇ ਮਨ ਬੁੱਧੀ ਜਿੱਤ ਲਏ, ਬੁੱਧੀ ਨੇ ਮਨ ਨੂੰ ਜਿੱਤ ਲਿਆ, ਉਹ ਪੰਜ ਦੋਖ ਤੋਂ ਰਹਿਤ ਹੋ ਜਾਂਦੇ ਨੇ। ਪੰਜ ਕੀ ਨੇ? ਇਹੀ ਤਾਂ ਬਕਾਰ, ਇਹੀ ਤਾਂ ਜਾਣ ਨਹੀਂ ਦਿੰਦੇ ਆਪਾਂ ਨੂੰ, ਇਹੀ ਤਾਂ ਆਪਾਂ ਤਿਆਗ ਕਰਨਾ ਵਾ, ਇਹੀ ਤਾਂ ਭਗਤੀ ਹੈ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਹੈ ਮੇਵ। ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਹੇ ਗੁਰਦੇਵ ਦੇ ਗਿਆਨ ਕਿਰਪਾ ਰਹਿਮਤ ਕਰ, ਸਾਡਾ ਪੰਜਾਂ ਤੋਂ ਖਹਿੜਾ ਛੁੱਟ ਜਾਵੇ, ਫਿਰ ਹੀ ਆਪਦੇ ਘਰ ਜਾਵਾਂਗੇ। ਸਤਿਗੁਰ ਸਮਝਾਉਂਦੇ ਨੇ, ਇੰਦਰੀ ਜਿੱਤ ਪੰਜ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਪਰਸ। ਕਰੋੜਾਂ 'ਚੋਂ ਕੋਈ ਐਸਾ ਹੁੰਦਾ ਹੈ ਗੁਰਸਿੱਖ, ਜਿਵੇਂ ਆਪਾਂ ਜਹਾਜ਼ 'ਚ ਬਹਿੰਦੇ ਹਾਂ, ਪਾਇਲਟ ਇੱਕ ਹੀ ਹੁੰਦਾ, ਕਿੰਨਿਆਂ ਨੂੰ ਲੈ ਜਾਂਦਾ ਹੈ। ਇਵੇਂ ਬੱਸ ਦੇ ਵਿੱਚ ਬਹਿੰਦੇ ਹੋ, ਕਿੰਨਿਆਂ ਨੂੰ ਸਵਾਰੀਆਂ ਨੂੰ ਲੈ ਜਾਂਦਾ। ਇਵੇਂ ਨਾਵ ਪਾਰ ਕਰਾਉਣ ਵਾਲਾ, ਸਮੁੰਦਰ ਪਾਰ ਕਰਾਉਣ ਵਾਲਾ। ਇਵੇਂ ਗੁਰਸਿੱਖ ਜਿਹੜੇ ਹੁੰਦੇ ਨੇ, ਆਪਾਂ ਸਲੋਕ ਵਿਚਾਰਿਆ ਪਿੱਛੇ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਰਤੀ ਛੋਟੀ ਨਾਲ। ਕਿੰਨੇ ਉਹਨਾਂ ਦੇ ਨਾਲ ਹੋਰ ਨਿਕਲ ਜਾਂਦੇ ਨੇ। ਇਹੀ ਤਾਂ ਭਗਤੀ ਹੈ ਭਾਈ, ਇਹੀ ਤਾਂ ਸਤਿਗੁਰ ਕੀ ਸੇਵਾ ਸਫਲ ਹੈ। ਪਰ ਸਤਿਗੁਰ ਕੀ ਸੇਵਾ ਗਾਖੜੀ ਤਾਂ ਹੈ, ਪਰ ਆਪਣੀ ਮਨ ਬੁੱਧੀ ਦਾ ਤਾਂ ਵਿਸ਼ਾ ਹੀ ਨਹੀਂ। ਜੇ ਵੀ ਅਸੀਂ ਅਰਥਾ ਰਹੇ ਹਾਂ ਆਪਣੀ ਮਨ ਬੁੱਧੀ ਨਾਲ, ਸਾਡੀ ਮਨ ਬੁੱਧੀ ਦਾ ਤਾਂ ਵਿਸ਼ਾ ਹੀ ਨਹੀਂ ਬਾਣੀ। ਬਾਣੀ ਨਿਰਾਕਾਰ ਦੁਨੀਆ ਦਾ ਗਿਆਨ ਹੈ, ਭਾਵਾਕਾਰ ਤੋਂ ਰਹਿਤ, ਜੋ ਸਾਡੀ ਅੱਖਾਂ ਕੰਨਾਂ ਦਾ ਵਿਸ਼ਾ ਹੀ ਨਹੀਂ ਹੈਗਾ। ਅਗੰਮ ਗੋਚਰਾ ਤੇਰਾ ਅੰਤ ਨਾ ਪਾਇਆ। ਬਾਣੀ ਸਾਨੂੰ ਨਿਰਾਕਾਰ ਆਕਾਰ ਤੋਂ ਰਹਿਤ ਦੁਨੀਆ ਦਾ ਗਿਆਨ ਕਰਾਉਂਦੀ ਹੈ, ਧਿਆਨ ਦੀ ਦੁਨੀਆ ਦਾ। ਜਿੱਥੋਂ ਆਤਮਾ ਟੁੱਟ ਕੇ ਆਈ, ਉੱਥੇ ਤਾਂ ਆਪਾਂ ਫਿਰ ਜਾਣਾ ਵਾ, ਪਰ ਕਿਵੇਂ ਜਾਵਾਂਗੇ? ਗੁਰ ਕੀ ਮੱਤ ਨਾਲ। ਇਹ ਲੈਣੀ ਆ ਆਪਾਂ। ਭਗਤ ਕਬੀਰ ਜੀ ਸਮਝਾਉਂਦੇ ਆ, ਉਪਜਿਆ ਸਹਿਜ ਗਿਆਨ ਮਤ ਜਾਗੀ। ਕਹਿੰਦੇ ਜਦੋਂ ਕੋਈ ਵੀ ਗੁਰਸਿੱਖ ਸੰਗਤ ਇਹ 'ਤੇ ਚੱਲਦੀ ਹੈ, ਕਮਾਈ ਕਰਦੀ ਹੈ, ਗੁਰ ਸ਼ਬਦ ਦੀ ਭਾਣੇ 'ਚ ਰਹਿੰਦੀ ਹੈ, ਜੋ ਸੰਸਾਰ 'ਚ ਹੋ ਰਿਹਾ ਉਹਨੂੰ ਮਿੱਠਾ ਕਰਕੇ ਮੰਨਦੀ ਹੈ, ਫਿਰ ਉਹਨਾਂ ਨੂੰ ਸਹਿਜ ਬਣ ਟਿਕਾਉ ਜਾਂਦਾ ਅਤੇ ਗਿਆਨ ਮਤ ਪੈਦਾ ਹੁੰਦੀ। ਇਹ ਗਿਆਨ ਮਤ ਹੈ, ਗਿਆਨੀਆਂ ਦਾ ਮਾਰਗ ਹੈ, ਇਹ ਆਪਾਂ ਪ੍ਰਾਪਤੀ ਕਰਨੀ ਹੈ। ਇੱਥੇ ਹੁਣ ਆਪਾਂ ਇੱਕ ਪਦਾ ਦੇ ਸਲੋਕ ਵਿਚਾਰਿਆ ਵਾ, ਪਰਸ ਬਾਰੇ ਆਪਾਂ ਭਗਤ ਕਬੀਰ ਦੇ ਸਲੋਕ ਤਾਂ ਨਾਲ ਲਿਆ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ। ਦੂਜੇ ਸਤਪਦੇ ਆਪਾਂ ਅੱਗੇ ਦੂਏ ਪਾਠ 'ਚ ਵਿਚਾਰਾਂਗੇ। ਆਓ ਸਾਰੇ ਮਿਲ ਕੇ ਆਪਾਂ ਵੀ ਇਹ ਪ੍ਰਾਪਤੀ ਕਰੀਏ, ਆਪਾਂ ਵੀ ਆਪਦੇ ਘਰ ਪਹੁੰਚੀਏ, ਸਾਨੂੰ ਵੀ ਇਹ ਪ੍ਰਾਪਤੀ ਹੋਵੇ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।